व्यूअर्स, मैं ਤੁਹਾਡੇ ਨਾਲ ਜਾਵਾ ਪ੍ਰੋਗਰਾਮਿੰਗ ਬਾਰੇ ਡਿਸਕਸ਼ਨ ਕਰਨ ਜਾ ਰਿਹਾ ਹਾਂ। ਜਾਵਾ ਪ੍ਰੋਗਰਾਮਿੰਗ ਲੈਂਗੁਏਜ ਜਿਹੜੀ ਆ ਇਹ ਇੰਟਰਨੈਟ ਵਾਸਤੇ ਬਹੁਤ ਪਪੂਲਰ ਹੋਈ ਆ। ਖਾਸ ਕਰਕੇ ਇੰਟਰਨੈਟ ਉੱਤੇ ਜਿਹੜੀਆਂ ਅਸੀਂ ਵੈਬਸਾਈਟਸ ਡਿਵੈਲਪ ਕਰਦੇ ਹਾਂ ਉਹਨਾਂ ਵਾਸਤੇ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਯੂਜ਼ ਕੀਤਾ ਜਾਂਦਾ ਅਤੇ ਵਧੀਆ ਤਰੀਕੇ ਦੇ ਨਾਲ ਰਿਜ਼ਲਟ ਵੀ ਜਿਹੜੇ ਆ ਉਹ ਪ੍ਰਾਪਤ ਕੀਤੇ ਜਾਂਦੇ ਆ। ਸਭ ਤੋਂ ਪਹਿਲਾਂ ਜੇ ਆਪਾਂ ਇੰਟਰਨੈਟ ਦੀ ਗੱਲ ਕਰੀਏ ਤਾਂ ਇੰਟਰਨੈਟ ਜਿਹੜਾ ਹੈਗਾ ਵਾ ਇਹ ਹੈਗਾ ਵਾ ਨੈਟਵਰਕ ਆਫ ਨੈਟਵਰਕਸ, ਜਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗਲੋਬਲੀ ਜਿਹੜੇ ਥਾਊਜ਼ੈਂਡਸ ਆਫ ਨੈਟਵਰਕਸ ਆ ਉਹ ਇੱਕ ਦੂਸਰੇ ਦੇ ਨਾਲ ਕਨੈਕਟਡ ਆ ਅਤੇ ਉਹਨਾਂ ਨੂੰ ਅਸੀਂ ਇੰਟਰਨੈਟ ਕਹਿੰਦੇ ਹਾਂ। ਹੁਣ ਵਰਲਡ ਵਾਈਡ ਵੈੱਬ ਦਾ ਮਤਲਬ ਇਹ ਹੈਗਾ ਕਿ millions of websites are running on different computers worldwide, and these computers are connected with each other through internet, and we can access any website or web page from the URL of that page or URL of that document। ਤੋ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਵੀ ਵੈੱਬ ਪੇਜ ਜਾਂ ਜਿਹੜੀ ਵੈੱਬਸਾਈਟ ਆ ਉਹਨੂੰ ਹਿੱਟ ਕਰ ਸਕਦੇ ਹਾਂ ਉਹਦੇ ਯੂਨੀਫਾਰਮ ਰਿਸੋਰਸ ਲੋਕੇਟਰ ਤੋਂ। ਉਹਦੇ ਜਿਹੜਾ ਪਰਟੀਕੂਲਰ ਕਿਸੇ ਡਾਕੂਮੈਂਟ ਦਾ ਜਾਂ ਵੈੱਬ ਪੇਜ ਦਾ ਜਿਹੜਾ ਐਡਰੈਸ ਆ ਉਹਦੇ ਥਰੂ ਅਸੀਂ ਜਿਹੜਾ ਹੈਗਾ ਕਿਸੇ ਵੀ ਪੇਜ ਨੂੰ ਖੋਲ੍ਹ ਸਕਦੇ ਹਾਂ ਅਤੇ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਗੱਲ ਕਰੀਏ ਜਾਵਾ ਪ੍ਰੋਗਰਾਮਿੰਗ ਦੀ, ਅਤੇ ਜਾਵਾ ਪ੍ਰੋਗਰਾਮਿੰਗ ਤੋਂ ਪਹਿਲਾਂ ਜਿਹੜੀਆਂ ਸੀ ਅਤੇ C++ ਲੈਂਗੁਏਜ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਸੀ। ਸਾਨੂੰ ਪਤਾ ਕਿ ਜਿਹੜੀ C ਲੈਂਗੁਏਜ ਆ ਇਹ ਇੱਕ ਜਨਰਲ ਪਰਪਜ਼ ਲੈਂਗੁਏਜ ਆ, ਜਿਹੜੀ ਜਦੋਂ ਕੋਈ ਸਟੂਡੈਂਟ ਜਿਹੜਾ ਹੈਗਾ ਵਾ ਪ੍ਰੋਗਰਾਮਿੰਗ ਲੈਂਗੁਏਜ ਸ਼ੁਰੂ ਕਰਦਾ ਵਾ ਆਪਣੇ ਕਰਿਕੂਲਮ ਦੇ ਵਿੱਚ ਜਾਂ ਉਹ ਸਿੱਖਣਾ ਸ਼ੁਰੂ ਕਰਦਾ ਵਾ ਤਾਂ ਉਹਨੂੰ C ਲੈਂਗੁਏਜ ਜਿਹੜੀ ਪੜ੍ਹਾਈ ਜਾਂਦੀ ਆ ਤਾਂ ਕਿ ਉਹਨੂੰ ਪ੍ਰੋਗਰਾਮਿੰਗ ਦੇ ਜਿਹੜੇ ਬੇਸਿਕ ਕਨਸੈਪਟਸ ਹੁੰਦੇ ਆ ਉਹ ਕੀ ਹੁੰਦੇ ਆ ਉਹਨਾਂ ਬਾਰੇ ਉਹਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ। ਤੋ C ਜਿਹੜੀ ਹੈਗੀ ਆ ਇਹ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਜਾਂਦੀ ਆ, ਔਰ C ਜਿਹੜੀ ਹੈਗੀ ਆ ਇਹ ਇੱਕ ਸਟਰਕਚਰਡ ਲੈਂਗੁਏਜ ਆ। ਸਟਰਕਚਰਡ ਲੈਂਗੁਏਜ ਨੂੰ ਤਾਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਮੇਨ ਫੰਕਸ਼ਨ ਲਿਖਦੇ ਹਾਂ ਅਤੇ ਅੱਗੇ ਅਸੀਂ ਜਿਹੜੇ ਹੈਗੇ ਆ ਉਹ ਸਬ ਫੰਕਸ਼ਨਸ ਲਿਖਦੇ ਹਾਂ। ਤਾਂ ਪੂਰਾ ਜਿਹੜਾ ਇੱਕ ਸਟਰਕਚਰਡ ਵੇ ਦੇ ਨਾਲ ਅਸੀਂ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜਾ ਅਸੀਂ ਰਾਈਟ ਕਰਦੇ ਹਾਂ, ਚਾਹੇ ਉਹ ਮੇਨ ਫੰਕਸ਼ਨ ਆ ਚਾਹੇ ਉਹ ਜਿਹੜੇ ਹੈਗੇ ਸਬ ਫੰਕਸ਼ਨਸ ਆ। ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਬ ਫੰਕਸ਼ਨਸ ਹੁੰਦੇ ਆ ਇਹ ਵੀ ਇੱਕ ਛੋਟੇ ਛੋਟੇ ਮੋਡਿਊਲਸ ਹੁੰਦੇ ਆ ਜਿਹੜੇ ਮੇਨ ਫੰਕਸ਼ਨ ਦੇ ਨਾਲ ਜਿਹੜੇ ਆ ਕਨੈਕਟਡ ਹੁੰਦੇ ਆ। ਤੋ C ਤੋਂ ਬਾਅਦ ਜਿਹੜੀ ਲੈਂਗੁਏਜ ਆਈ ਉਹ ਆਈ ਆਬਜੈਕਟ ਓਰੀਐਂਟਡ ਲੈਂਗੁਏਜ। ਉਹਨੂੰ ਅਸੀਂ ਜਿਹੜਾ ਵਾ C++ ਲੈਂਗੁਏਜ ਕਹਿੰਦੇ ਆ। ਆਬਜੈਕਟ ਦਾ ਮਤਲਬ ਹੁੰਦਾ ਵਾ ਕਿ ਇੱਕ ਐਂਟਿਟੀ ਜਿਹੜੀ ਦੂਸਰੀ ਐਂਟਿਟੀ ਤੋਂ ਜਿਹੜੀ ਹੈਗੀ ਡਿਫਰੈਂਟ ਹੈਗੀ ਆ, ਜਾਂ ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਇੱਕ ਆਬਜੈਕਟ ਜਿਹੜਾ ਹੈਗਾ ਉਹ ਦੂਸਰੇ ਆਬਜੈਕਟ ਤੋਂ ਜਿਹੜਾ ਹੈਗਾ ਵਾ ਉਹ ਡਿਫਰੈਂਟ ਆ। ਐਵਰੀ ਆਬਜੈਕਟ ਇਜ਼ ਏ ਯੂਨੀਕ ਐਂਡ ਇਟ ਹੈਜ਼ ਡਿਫਰੈਂਟ ਪ੍ਰੋਪਰਟੀਜ਼। ਜਿੱਦਾਂ ਦੋ ਆਪਾਂ ਪਰਸਨ ਲੈ ਲਈਏ, ਇੱਕ ਸਪੋਜ਼ ਕਰੋ ਨਿਰਮਲ ਸਿੰਘ ਆ, ਇੱਕ ਸਪੋਜ਼ ਕਰੋ ਕੁਲਦੀਪ ਸਿੰਘ ਆ। ਹੁਣ ਨਿਰਮਲ ਸਿੰਘ ਦਾ ਜਿਹੜਾ ਹਾਈਟ ਆ, ਵੇਟ ਆ, ਬਾਡੀ ਕਲਰ ਆ, ਆਈਜ਼ ਕਲਰ ਆ, ਉਹ ਦੂਸਰਾ ਜਿਹੜਾ ਹੈਗਾ ਵਾ ਉਹਦੇ ਨਾਲੋਂ ਜਿਹੜਾ ਵਾ ਕੁਲਦੀਪ ਸਿੰਘ ਦੇ ਨਾਲੋਂ ਜਿਹੜਾ ਹੈਗਾ ਉਹ ਡਿਫਰੈਂਟ ਹੋ ਸਕਦਾ ਵਾ। ਇਹਦਾ ਮਤਲਬ ਹੈਗਾ ਕਿ ਹਰਜੀਤ ਸਿੰਘ ਦੀਆਂ ਅਤੇ ਕੁਲਦੀਪ ਸਿੰਘ ਦੀਆਂ ਆਪਣੀਆਂ ਜਿਹੜੀਆਂ ਹੈਗੀਆਂ ਵਾ ਪ੍ਰੋਪਰਟੀਜ਼ ਹੈਗੀਆਂ ਵਾ। ਤੋ ਜਦੋਂ ਅਸੀਂ C++ ਦੇ ਵਿੱਚ ਪ੍ਰੋਗਰਾਮਿੰਗ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਆਬਜੈਕਟ ਕ੍ਰੀਏਟ ਕਰਦੇ ਹਾਂ, ਔਰ ਉਹਨਾਂ ਆਬਜੈਕਟਸ ਦੇ ਥਰੂ ਅਸੀਂ ਜਿਹੜਾ ਹੈਗਾ ਵਾ ਵੈਲਿਊਜ਼ ਦੀਆਂ ਜਿਹੜੀਆਂ ਹੈਗੀਆਂ ਉਹ ਕੈਲਕੂਲੇਸ਼ਨਸ ਕਰਦੇ ਹਾਂ। ਜਿੱਦਾਂ C++ ਦੇ ਵਿੱਚ ਅਸੀਂ ਕਲਾਸ ਕ੍ਰੀਏਟ ਕਰਦੇ ਹਾਂ, ਕਲਾਸ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਡੇਟਾ ਮੈਂਬਰਸ ਕ੍ਰੀਏਟ ਕਰਦੇ ਹਾਂ ਔਰ ਮੈਥਡਸ ਕ੍ਰੀਏਟ ਕਰਦੇ ਹਾਂ, ਔਰ ਜਿਹੜੇ ਮੈਥਡਸ ਹੁੰਦੇ ਆ ਉਹ ਡੇਟਾ ਐਲੀਮੈਂਟਸ ਦੇ ਉੱਤੇ ਜਿਹੜਾ ਹੈਗਾ ਵਰਕ ਕਰਦੇ ਆ ਅਤੇ ਸਪੈਸੀਫਿਕ ਰਿਜ਼ਲਟਸ ਜਿਹੜੇ ਹੈਗੇ ਆ ਉਹ ਯੂਜ਼ਰ ਨੂੰ ਦਿੰਦੇ ਆ। ਦੂਸਰੀ ਗੱਲ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਕਲਾਸ ਜਿਹੜੀ ਹੁੰਦੀ ਇੱਕ ਕੰਟੇਨਰ ਦੀ ਤਰ੍ਹਾਂ ਹੁੰਦੀ ਹੈ ਜਿਹੜੀ ਡੇਟਾ ਮੈਂਬਰਸ ਅਤੇ ਮੈਥਡਸ ਨੂੰ ਜਿਹੜਾ ਹੈਗਾ ਵਾ ਉਹ ਆਪਣੇ ਵਿੱਚ ਕੰਟੇਨ ਕਰਦੀ ਆ ਔਰ ਉਹਨਾਂ ਨੂੰ ਹਾਈਡ ਕਰਕੇ ਰੱਖਦੀ ਆ। ਜਿੰਨਾ ਚਿਰ ਤੱਕ ਅਸੀਂ ਕਿਸੇ ਕਲਾਸ ਨੂੰ ਓਪਨ ਨਹੀਂ ਕਰਦੇ ਉਨਾ ਚਿਰ ਤੱਕ ਅਸੀਂ ਉਹਦੇ ਕਲਾਸ ਦੀ ਇੰਟਰਨਲ ਜਿਹੜੀ ਹੈਗੀ ਆ ਕੋਡਿੰਗ ਉਹਨੂੰ ਅਸੀਂ ਨਹੀਂ ਦੇਖ ਸਕਦੇ। ਤੋ C++ ਤੋਂ ਬਾਅਦ ਜਿਹੜੀ ਅਗਲੀ ਲੈਂਗੁਏਜ ਆਈ, ਕਿਉਂਕਿ ਜਦੋਂ ਇੰਟਰਨੈਟ ਜਿਹੜਾ ਹੋਂਦ ਵਿੱਚ ਆਇਆ ਕੰਪਿਊਟਰ ਇੰਜੀਨੀਅਰਸ ਸੀ ਜਿਹੜੇ ਉਹਨਾਂ ਨੇ ਇਹ ਸੋਚਿਆ ਕਿ ਕੋਈ ਐਸੀ ਲੈਂਗੁਏਜ ਹੋਣੀ ਚਾਹੀਦੀ ਆ ਜਿਹਨੂੰ ਅਸੀਂ ਇੰਟਰਨੈਟ ਦੇ ਉੱਤੇ ਯੂਜ਼ ਕਰ ਸਕੀਏ। ਇਸ ਦੀ ਲੋੜ ਤਾਂ ਪਈ ਕਿਉਂਕਿ ਪਹਿਲਾਂ ਜਿਹੜੀਆਂ ਵੈਬਸਾਈਟ ਡਿਵੈਲਪ ਕੀਤੀਆਂ ਗਈਆਂ ਮੋਸਟਲੀ ਉਹ ਸਟੈਟਿਕ ਵੈਬਸਾਈਟ ਸੀ। ਸਟੈਟਿਕ ਵੈਬਸਾਈਟ ਦਾ ਮਤਲਬ ਇਹ ਹੈਗਾ ਵਾ ਕਿ ਜਿਹੜੀਆਂ ਓਨਲੀ ਟੈਕਸਟ ਬੇਸਡ ਹੁੰਦੀਆਂ ਵਾ, ਜਿਹਦੇ 'ਚ ਅਸੀਂ ਇਕੱਲਾ ਟੈਕਸਟ ਲਿਖਿਆ ਹੁੰਦਾ ਵਾ, ਉਹਦੇ ਵਿੱਚ ਅਸੀਂ ਕੋਈ ਇਨਫੋਰਮੇਸ਼ਨ ਡਾਇਨਾਮਿਕਲੀ
ਬੈਕਐਂਡ ਤੇ ਡਾਟਾਬੇਸ ਟੇਬਲ ਦੇ ਵਿੱਚ ਨਾ ਇਨਸਰਟ ਕਰ ਸਕਦੇ ਹਾਂ, ਨਾ ਅਸੀਂ ਫੈਚ ਕਰ ਸਕਦੇ ਹਾਂ। ਓਨਲੀ ਅਸੀਂ ਟੈਕਸਟ ਜਿਹੜਾ ਵਿਊ ਹੋ ਰਿਹਾ ਉਹਨੂੰ ਬਸ ਪੜ੍ਹ ਸਕਦੇ ਹਾਂ। ਤੋ ਇਸ ਕਰਕੇ ਕਿ ਵੈਬਸਾਈਟ ਨੂੰ ਅਸੀਂ ਡਾਇਨਾਮਿਕ ਵੇ ਦੇ ਨਾਲ ਜਿਹੜਾ ਡਿਜ਼ਾਈਨ ਕਰੀਏ, ਉਹਦੇ ਵਾਸਤੇ ਸਾਨੂੰ ਕਿਸੇ ਲੈਂਗੁਏਜ ਦੀ ਜਿਹੜੀ ਆ ਉਹ ਜ਼ਰੂਰਤ ਪਈ। ਸੋ ਟੂ ਓਵਰਕਮ ਫਰੋਮ ਦਿਸ ਪ੍ਰੋਬਲਮ ਜਿਹੜੀ ਹੈਗੀ ਸੀਗੀ, ਉਹ ਜਾਵਾ ਪ੍ਰੋਗਰਾਮਿੰਗ ਲੈਂਗੁਏਜ ਜਿਹੜੀ ਹੈਗੀ ਆ ਇਹਦੇ ਤੇ ਜਿਹੜੀ ਰਿਸਰਚ ਸ਼ੁਰੂ ਕੀਤੀ ਗਈ ਸਾਇੰਟਿਸਟ ਦੇ ਦੁਆਰਾ, ਔਰ ਜਿਹੜਾ ਹੈਗਾ ਵਾ ਉਹਨਾਂ ਨੇ ਜਾਵਾ ਪ੍ਰੋਗਰਾਮਿੰਗ ਲੈਂਗੁਏਜ ਜਿਹੜੀ ਹੈਗੀ ਸਾਨੂੰ ਉਹ ਦਿੱਤੀ। ਤੋ ਜਦੋਂ ਜਾਵਾ ਪ੍ਰੋਗਰਾਮਿੰਗ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਇੱਥੇ ਇੱਕ ਬੜਾ ਇੰਪੋਰਟੈਂਟ ਕੰਸੈਪਟ ਆ ਜਾਵਾ ਵਿਰਚੁਅਲ ਮਸ਼ੀਨ। ਜਾਵਾ ਵਿਰਚੁਅਲ ਮਸ਼ੀਨ ਦਾ ਮਤਲਬ ਇਹ ਹੈਗਾ ਕਿ ਜਿਹੜਾ ਜਾਵਾ ਪ੍ਰੋਗਰਾਮ ਅਸੀਂ ਲਿਖਦੇ ਹਾਂ ਉਹਨੂੰ ਅਸੀਂ ਕੰਪਾਈਲਰ ਦੇ ਥਰੂ ਜਿਹੜਾ ਹੈਗਾ ਕੰਪਾਈਲ ਕਰਦੇ ਹਾਂ, ਔਰ ਸਾਨੂੰ ਮਿਲ ਜਾਂਦੇ ਆ ਜਾਵਾ ਆਬਜੈਕਟ ਕੋਡ, ਜਾਂ ਅਸੀਂ ਕਹਿ ਸਕਦੇ ਹਾਂ ਜਾਵਾ ਆਬਜੈਕਟ ਕੋਡ, ਜਾਵਾ ਬਾਈਟ ਕੋਡ ਪ੍ਰੋਗਰਾਮ ਕਹਿ ਸਕਦੇ ਹਾਂ। ਕਿ ਜਾਵਾ ਪ੍ਰੋਗਰਾਮ ਨੂੰ ਜਦੋਂ ਅਸੀਂ ਕੰਪਾਈਲ ਕਰਦੇ ਹਾਂ ਤੇ ਕੰਪਾਈਲਰ ਸਾਨੂੰ ਜਾਵਾ ਬਾਈਟ ਕੋਡ ਪ੍ਰੋਗਰਾਮ ਦਿੰਦਾ ਵਾ। ਹੁਣ ਇਹ ਜਿਹੜਾ ਜਾਵਾ ਬਾਈਟ ਕੋਡ ਪ੍ਰੋਗਰਾਮ ਆ, ਇਹ ਕਿਸੇ ਵੀ ਮਸ਼ੀਨ ਤੇ, ਚਾਹੇ ਉਸ ਮਸ਼ੀਨ ਦੇ ਉੱਤੇ ਕੋਈ ਵੀ ਹਾਰਡਵੇਅਰ ਯੂਜ਼ ਹੋ ਰਿਹਾ ਵਾ ਜਾਂ ਕੋਈ ਵੀ ਆਪਰੇਟਿੰਗ ਸਿਸਟਮ ਯੂਜ਼ ਹੋ ਰਿਹਾ ਵਾ, ਇਹ ਜਾਵਾ ਬਾਈਟ ਕੋਡ ਜਿਹੜਾ ਹੈਗਾ ਵਾ ਇਹ ਜਿਹੜਾ ਹੈਗਾ ਵਾ ਰਨ ਹੋ ਜਾਂਦਾ ਵਾ। ਉਹ ਕਿਉਂ ਰਨ ਹੋ ਜਾਂਦਾ ਵਾ? ਕਿਉਂਕਿ ਉਸ ਕਿਸੇ ਵੀ ਮਸ਼ੀਨ ਦੇ ਉੱਤੇ ਜਿਹੜਾ ਹੈਗਾ ਵਾ, ਜਿਹੜਾ ਬਰਾਊਜ਼ਰ ਇੰਸਟਾਲ ਹੁੰਦਾ ਵਾ, ਜਦੋਂ ਵੀ ਜਾਵਾ ਬਾਈਟ ਕੋਡ ਐਪਲਟ ਦੀ ਫਾਰਮ ਦੇ ਵਿੱਚ ਜਾਵਾ ਇੰਟਰਪ੍ਰੇਟਰ ਜਿਹੜਾ ਹੈਗਾ ਜਾਂ ਜਿਹੜਾ ਬਰਾਊਜ਼ਰ ਹੈਗਾ ਵਾ ਉਹਦੇ ਵਿੱਚ ਜਦੋਂ ਡਾਊਨਲੋਡ ਹੁੰਦਾ ਵਾ ਤੇ ਉਹ ਜਿਹੜਾ ਹੈਗਾ ਵਾ ਇੰਟਰਪ੍ਰੇਟ ਹੋ ਜਾਂਦਾ ਵਾ। ਅਸੀਂ ਕਹਿ ਸਕਦੇ ਹਾਂ ਕਿ ਜਾਵਾ ਇੰਟਰਪ੍ਰੇਟਰ ਔਨ ਐਨੀ ਮਸ਼ੀਨ ਇਜ਼ ਨੋਨ ਐਜ਼ ਜਾਵਾ ਵਿਰਚੁਅਲ ਮਸ਼ੀਨ, ਇਜ਼ ਨੋਨ ਐਜ਼ ਜਾਵਾ ਵਿਰਚੁਅਲ ਮਸ਼ੀਨ। ਮੇਰਾ ਖਿਆਲ ਹੈ ਹੁਣ ਇਹ ਗੱਲ ਜਿਹੜੀ ਹੈ ਬਹੁਤ ਵਧੀਆ ਕਲੀਅਰ ਹੋ ਗਈ ਹੈ ਕਿ ਜਿਹੜਾ ਜਾਵਾ ਇੰਟਰਪ੍ਰੇਟਰ ਆ ਉਹਨੂੰ ਅਸੀਂ ਜਿਹੜਾ ਹੈਗਾ ਵਾ ਕਹਿੰਦੇ ਆ ਜਾਵਾ ਵਿਰਚੁਅਲ ਮਸ਼ੀਨ। ਕਿਉਂਕਿ ਕੰਪਾਈਲਰ ਜਿਹੜਾ ਹੈਗਾ ਵਾ ਉਹ ਜਦੋਂ ਜਾਵਾ ਦੇ ਪ੍ਰੋਗਰਾਮ ਨੂੰ ਕੰਪਾਈਲ ਕਰਦਾ ਵਾ ਤੇ ਜਾਵਾ ਬਾਈਟ ਕੋਡ ਪ੍ਰਾਪਤ ਹੁੰਦੀਆਂ ਵਾ। ਜਾਵਾ ਬਾਈਟ ਕੋਡ ਪ੍ਰੋਗਰਾਮ ਜਿਹੜਾ ਹੈਗਾ ਫਿਰ ਜਾਵਾ ਇੰਟਰਪ੍ਰੇਟਰ ਦੁਆਰਾ ਜਿਹੜਾ ਐਗਜ਼ੀਕਿਊਟ ਕੀਤਾ ਜਾਂਦਾ ਵਾ। ਚਾਹੇ ਕੋਈ ਵੀ ਹਾਰਡਵੇਅਰ ਹੋਵੇ ਜਾਂ ਉਸ ਹਾਰਡਵੇਅਰ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਆਪਰੇਟਿੰਗ ਸਿਸਟਮ ਉਹ ਇੰਸਟਾਲ ਹੋਵੇ, ਜਾਵਾ ਇੰਟਰਪ੍ਰੇਟਰ ਜਿਹੜਾ ਹੈਗਾ ਉਹਨੂੰ ਜਿਹੜਾ ਵਾ ਜਾਵਾ ਬਾਈਟ ਕੋਡ ਨੂੰ ਸਕਸੈਸਫੁਲੀ ਐਗਜ਼ੀਕਿਊਟ ਕਰ ਦਿੰਦਾ ਵਾ। ਜਿਸ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ਦਿਖਾਈ ਦੇ ਰਿਹਾ ਵਾ, ਜਾਵਾ ਪ੍ਰੋਗਰਾਮ ਜਿਹੜਾ ਹੈਗਾ ਵਾ ਕੰਪਾਈਲਰ ਨੂੰ ਮਿਲਦਾ ਵਾ, ਕੰਪਾਈਲਰ ਜਾਵਾ ਬਾਈਟ ਕੋਡ ਦਿੰਦਾ ਵਾ। ਜਾਵਾ ਬਾਈਟ ਕੋਡ ਪ੍ਰੋਗਰਾਮ ਜਿਹੜਾ ਹੈਗਾ ਵਾ ਜਾਵਾ ਇੰਟਰਪ੍ਰੇਟਰ ਫਾਰ ਮੈਕ ਆਪਰੇਟਿੰਗ ਸਿਸਟਮ ਨੂੰ ਮਿਲਦਾ ਵਾ, ਉੱਥੇ ਐਗਜ਼ੀਕਿਊਟ ਹੋ ਸਕਦਾ ਵਾ। ਜਾਂ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਉੱਤੇ ਜਿਹੜਾ ਜਾਵਾ ਇੰਟਰਪ੍ਰੇਟਰ ਹੈ ਉਹਨੂੰ ਐਗਜ਼ੀਕਿਊਟ ਕਰ ਸਕਦਾ ਵਾ, ਜਾਂ ਜਿਹੜਾ ਲਿਨਿਕਸ ਦੇ ਉੱਤੇ ਜਿਹੜਾ ਇੰਟਰਪ੍ਰੇਟਰ ਹੈ ਉਹਨੂੰ ਜਿਹੜਾ ਹੈਗਾ ਵਾ ਜਾਵਾ ਇੰਟਰਪ੍ਰੇਟਰ ਹੈ ਉਹ ਐਗਜ਼ੀਕਿਊਟ ਕਰ ਸਕਦਾ ਵਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਾਵਾ ਇੰਟਰਪ੍ਰੇਟਰ ਜਿਹੜਾ ਹੈਗਾ ਇਹ ਇੱਕ ਜਾਵਾ ਵਿਰਚੁਅਲ ਮਸ਼ੀਨ ਹੈਗੀ ਆ, ਜਿਹੜੀ ਕਿਸੇ ਵੀ ਜਾਵਾ ਬਾਈਟ ਕੋਡ ਪ੍ਰੋਗਰਾਮ ਨੂੰ ਜਿਹੜੀ ਹੈਗੀ ਆ ਐਗਜ਼ੀਕਿਊਟ ਕਰ ਸਕਦੀ ਹੈ। ਤੋਂ ਅੱਗੇ ਵਧਦੇ ਹੋਏ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਉਹ ਕਰਨ ਲੱਗਾ ਜਾਵਾ ਪਲੇਟਫਾਰਮ ਦੀ। ਜਦੋਂ ਅਸੀਂ ਜਾਵਾ ਪਲੇਟਫਾਰਮ ਦੀ ਗੱਲ ਕਰਦੇ ਹਾਂ ਤੇ ਜਾਵਾ ਜਿਹੜਾ ਹੈਗਾ ਵਾ, ਜਿਸ ਤਰ੍ਹਾਂ C++ ਦੇ ਵਿੱਚ ਅਸੀਂ ਕਲਾਸਿਸ ਰਾਈਟ ਕਰਦੇ ਸੀ, ਇਸ ਤਰ੍ਹਾਂ ਹੀ ਸਾਨੂੰ ਜਿਹੜਾ ਹੈਗਾ ਵਾ ਜਾਵਾ ਦੇ ਕੋਲ ਕੁਝ ਇਨਬਿਲਟ ਜਿਹੜੀਆਂ ਹੈਗੀਆਂ APIs ਹੈਗੀਆਂ ਵਾ। APIs ਦਾ ਮਤਲਬ ਹੈ ਐਪਲੀਕੇਸ਼ਨ ਪੈਕੇਜ ਇੰਟਰਫੇਸ, ਜਿਨ੍ਹਾਂ ਦੇ ਵਿੱਚ ਜਿਹੜੀਆਂ ਕਲਾਸਿਸ ਇਨਕਲੂਡ ਹੁੰਦੀਆਂ ਵਾ। ਇਹ ਕਲਾਸਿਸ ਜਿਹੜੀਆਂ ਹੈਗੀਆਂ ਇਨਪੁਟ ਆਊਟਪੁੱਟ ਨਾਲ ਰਿਲੇਟਡ, ਜਾਂ ਜਿਹੜੀਆਂ ਜਾਵਾ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਟੈਕਨੀਕਸ ਹੁੰਦੀਆਂ ਉਹਨਾਂ ਦੇ ਨਾਲ ਰਿਲੇਟਡ ਹੋ ਸਕਦੀਆਂ ਵਾ। ਤੇ ਇਹਨਾਂ ਨੂੰ ਅਸੀਂ ਯੂਜ਼ ਕਰਕੇ ਜਿਹੜਾ ਹੈਗਾ ਵਾ ਅਸੀਂ ਜਾਵਾ ਦੇ ਵਿੱਚ ਪ੍ਰੋਗਰਾਮਿੰਗ ਕਰਦੇ ਹਾਂ, ਔਰ ਅਸੀਂ ਜਿਹੜੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਾਵਾ ਪ੍ਰੋਗਰਾਮ ਲਿਖਦੇ ਹਾਂ ਤੇ ਉਹਨਾਂ ਨੂੰ ਸਕਸੈਸਫੁਲੀ ਐਗਜ਼ੀਕਿਊਟ ਕਰਦੇ ਹਾਂ। ਅਗਲੀ ਗੱਲ ਜਿਹੜੀ ਹੈਗੀ ਉਹ ਹੈਗੀ ਐਵੋਲੂਸ਼ਨ ਆਫ ਜਾਵਾ ਔਰ ਹਿਸਟਰੀ ਆਫ ਜਾਵਾ। ਐਵੋਲੂਸ਼ਨ ਦਾ ਮਤਲਬ ਹੁੰਦਾ ਹਿਸਟਰੀ, ਜਾਵਾ ਦੀ ਹਿਸਟਰੀ। ਹੁਣ ਮੈਂ ਤੁਹਾਨੂੰ ਬਰੀਫਲੀ ਜਿਹੜੀ ਹੈਗੀ ਆ ਜਾਵਾ ਦੀ ਹਿਸਟਰੀ ਦੱਸਾਂਗਾ ਕਿ ਜਾਵਾ ਦੀ ਹਿਸਟਰੀ ਕੀ ਆ। ਸਨ ਮਾਈਕਰੋ ਸਿਸਟਮਸ ਜਿਹੜਾ ਹੈਗਾ ਇਹਨੇ 1995 ਦੇ ਵਿੱਚ ਜਿਹੜਾ ਹੈਗਾ ਇਹ ਜਾਵਾ 1.0 ਦਿੱਤੀ, ਔਰ ਜਦੋਂ ਇਹਨਾਂ ਨੇ ਜਦੋਂ ਜਾਵਾ 1.0 ਵਰਜਨ ਆਇਆ, ਇਸ ਤੋਂ ਪਹਿਲਾਂ ਜਦੋਂ ਸਨ ਮਾਈਕਰੋ ਸਿਸਟਮਸ ਨੇ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਦੇ ਕੋਲ 3 ਇੰਜੀਨੀਅਰ ਸੀਗੇ ਜਿਨ੍ਹਾਂ ਨੇ ਆਬਜੈਕਟ ਓਰੀਐਂਟਡ ਅਪਰੋਚ ਨੂੰ ਲੈ ਕੇ ਜਿਹੜੀ ਹੈਗੀ ਸੀ ਰਿਸਰਚ ਸਟਾਰਟ ਕੀਤੀ। ਤੋਂ ਉਹਨਾਂ ਨੇ ਅਰਲੀ 1990 ਦੇ ਵਿੱਚ ਜਿਹੜੀ ਹੈਗੀ ਸੀ ਜਿਹੜੀ ਆਪਣੀ ਰਿਸਰਚ ਸਟਾਰਟ ਕੀਤੀ ਸੀ, ਔਰ ਜਿਹੜੀ ਰਿਸਰਚ ਸਟਾਰਟ ਕੀਤੀ ਉਹਨਾਂ ਨੇ ਉਹਨੂੰ ਦਾ ਗ੍ਰੀਨ ਪ੍ਰੋਜੈਕਟ ਦਾ ਨਾਮ ਦਿੱਤਾ। ਔਰ ਇਹ ਜਿਹੜੇ ਇੰਜੀਨੀਅਰਸ ਨੇ ਇਸ ਰਿਸਰਚ ਦੇ ਉੱਤੇ ਕੰਮ ਕੀਤਾ ਸੀ ਉਹ ਹੈਗੇ ਸਨ ਪੈਟਰਿਕ ਨੋਟਨ ਔਰ ਮਾਈਕ ਸ਼ੇਰਡੀਅਨ ਐਂਡ ਜੇਮਸ ਗੋਸਲਿੰਗ। ਤੋਂ ਇਹਨਾਂ ਨੇ ਜਿਹੜਾ 1991 ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਸੀਗਾ, ਇਹਨਾਂ ਦੇ ਨਾਲ ਹੋਰ ਵੀ ਜਿਹੜੇ ਹੈਗੇ ਸੀਗੇ ਆਪਣੇ 10 ਸਟਾਫ ਮੈਂਬਰ ਸੀ ਜਿਨ੍ਹਾਂ ਨੇ ਮਿਲ ਕੇ ਜਿਹੜਾ ਅਸੀਂ ਇਸ ਪ੍ਰੋਜੈਕਟ ਤੇ ਕੰਮ ਕੀਤਾ। ਔਰ ਇਹ ਜਿਹੜੀ ਟੀਮ ਸੀ ਇਹਨੂੰ ਪੂਰੀ ਟੀਮ ਨੂੰ ਗ੍ਰੀਨ ਟੀਮ ਕਹਿੰਦੇ ਸੀ। ਤੋਂ ਉਹਨਾਂ ਨੇ ਇੱਕ ਨਵੀਂ ਟੈਕਨੋਲੋਜੀ ਤੇ ਕੀਤਾ ਕੰਮ, ਔਰ ਨੋਟਨ ਜਿਹੜਾ ਸੀ ਉਹਨੇ ਬੇਸਿਕਲੀ ਜਿਹੜੇ ਗ੍ਰਾਫਿਕਸ ਸੀਗੀ, ਗ੍ਰਾਫਿਕਸ ਡਿਜ਼ਾਈਨਿੰਗ ਉਹਦੇ ਤੇ ਕੰਮ ਕੀਤਾ।
ਔਰ ਗੋਸਲਿੰਗ ਜਿਹੜਾ ਸੀ ਹੈਗਾ ਸੀ ਉਹਨੇ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਤੇ ਕੰਮ ਕੀਤਾ, ਔਰ ਜਿਹੜਾ ਸ਼ੇਰਡੀਅਨ ਸੀ ਉਹਨੇ ਜਿਹੜਾ ਬਿਜ਼ਨਸ ਡਿਵੈਲਪਮੈਂਟ ਤੇ ਜਿਹੜਾ ਹੈਗਾ ਸੀਗਾ ਕੰਮ ਕੀਤਾ। ਔਰ ਇਹਨਾਂ ਤਿੰਨਾਂ ਜਿਹੜੇ ਫੀਲਡ ਤੇ ਇਹਨਾਂ ਨੇ ਰਿਸਰਚ ਕਰਕੇ ਜਿਹੜਾ ਕੰਮ ਕੀਤਾ ਸੀ ਉਹਨੂੰ ਜੋੜ ਕੇ ਇਹਨਾਂ ਨੇ ਜਿਹੜਾ ਸੀ ਉਹਦੇ ਆਧਾਰ ਤੇ ਇੱਕ ਡਿਵਾਈਸ ਬਣਾਈ, ਔਰ ਉਹ ਡਿਵਾਈਸ ਜਿਹੜੀ ਇਹਨਾਂ ਨੇ ਬਣਾਈ ਉਹਨੂੰ ਇਹਨਾਂ ਨੇ ਦਿੱਤਾ 7 ਸਟਾਰ ਦਾ ਨਾਂ। ਔਰ ਇਹ ਡਿਵਾਈਸ ਜਿਹੜੀ ਹੈਗੀ ਸੀ ਇਹ ਐਨੀਮੇਸ਼ਨਸ ਨੂੰ ਡਿਵੈਲਪ ਕਰਨ ਵਾਸਤੇ ਸੀ, ਔਰ ਇਹ ਇੱਕ ਟੱਚ ਸਕਰੀਨ ਜਿਹੜੀ ਹੈਗੀ ਸੀ ਦਾ 7 ਸਟਾਰ ਜਿਹੜੀ ਡਿਵਾਈਸ ਉਹਨਾਂ ਨੇ ਲੱਭੀ ਸੀ ਉਹ ਸੀ। ਤਾਂ ਉਹਨਾਂ ਨੇ ਫਿਰ ਸੋਚਿਆ ਕਿ 7 ਸਟਾਰ ਜਿਹੜੀ ਸਾਡੀ ਡਿਵਾਈਸ ਅਸੀਂ ਬਣਾਈ ਆ ਇਹਦੇ ਤੇ ਕੋਈ ਲੈਂਗੁਏਜ, ਕੰਪਿਊਟਰ ਲੈਂਗੁਏਜ ਜਿਹੜੀ ਹੈਗੀ ਆ ਉਹ ਰਨ ਹੋਣੀ ਚਾਹੀਦੀ ਆ। ਤੇ ਉਹਨਾਂ ਨੇ ਜਿਹੜਾ ਹੈਗਾ ਸੀਗਾ ਉਹ ਆਪਣਾ ਇਹ ਨਵੀਂ ਲੈਂਗੁਏਜ ਬਾਰੇ ਜਿਹੜਾ ਸੀਗਾ ਹੈਗਾ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ, ਔਰ ਇਸ ਡਿਵਾਈਸ ਨੂੰ ਪ੍ਰੋਗਰਾਮ ਕਰਨ ਲਈ ਉਹਨਾਂ ਨੇ ਜਿਹੜਾ ਹੈਗਾ ਵਾ ਇੱਕ ਨਵੀਂ ਲੈਂਗੁਏਜ ਲੱਭੀ ਜਿਹਨੂੰ ਉਹਨਾਂ ਨੇ ਨਾਮ ਦਿੱਤਾ ਓਕ, OAK ਓਕ। ਓਕ ਉਹਨਾਂ ਨੇ ਨਾਮ ਕਿਉਂ ਦਿੱਤਾ? ਕਿਉਂਕਿ ਗੋਸਲਿੰਗ ਜਦੋਂ ਰਿਸਰਚ ਕਰ ਰਿਹਾ ਸੀਗਾ ਤੇ ਉਹਨੇ ਜਿਹੜਾ ਹੈਗਾ ਵਾ ਇਹ ਉਹਦੀ ਜਿਹੜਾ ਉਹਦਾ ਰੂਮ ਸੀ ਉਹਦੇ ਬਾਹਰ ਇੱਕ ਵੱਡਾ ਬਿਗ ਟਰੀ ਸੀ ਓਕ ਦਾ, ਔਰ ਉਹਦੇ ਨਾਂ ਤੇ ਉਹਨੇ ਜਿਹੜਾ ਇਸ ਲੈਂਗੁਏਜ ਨੂੰ ਨਾਂ ਓਕ ਦੇ ਦਿੱਤਾ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਸ ਲੈਂਗੁਏਜ ਨੂੰ ਜਿਹੜਾ ਹੈਗਾ ਟ੍ਰੇਡਮਾਰਕ ਕੀਤਾ, ਕੁਝ ਲੀਗਲ ਪ੍ਰੋਬਲਮਸ ਆਉਣ ਕਰਕੇ ਉਹਨਾਂ ਨੇ ਇਹਦਾ ਨਾਮ ਜਿਹੜਾ ਸੀ ਓਕ ਤੋਂ ਚੇਂਜ ਕਰਕੇ ਜਾਵਾ ਕਰ ਦਿੱਤਾ, ਤੇ ਇਸ ਤਰ੍ਹਾਂ ਇਹ ਜਿਹੜੀ ਸੀ ਜਾਵਾ ਲੈਂਗੁਏਜ ਉਹ ਬਣ ਗਈ। ਬਾਅਦ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਜਿਹੜੀ ਜਾਵਾ ਲੈਂਗੁਏਜ ਅਸੀਂ ਡਿਵੈਲਪ ਕਰ ਲਈ ਆ ਇਹਨੂੰ ਅਸੀਂ ਕਾਹਦੇ ਵਾਸਤੇ ਯੂਜ਼ ਕਰੀਏ। ਇਹਨਾਂ ਨੇ ਬੇਸਿਕਲੀ ਇਹ ਸੋਚਿਆ ਕਿ ਇਹਨੂੰ ਕੇਬਲ ਟੈਲੀਵਿਜ਼ਨ ਦਾ ਜਿਹੜਾ ਫੀਲਡ ਆ ਜਾਂ ਜਿੱਥੇ ਸੈੱਟ ਟੌਪ ਬਾਕਸ ਟੈਲੀਵਿਜ਼ਨ ਦੇ ਜਿਹੜੇ ਹੈਗੇ ਆ ਇੰਸਟਾਲ ਕੀਤੇ ਜਾਂਦੇ, ਇਹਨਾਂ ਵਿੱਚ ਇਹਨੂੰ ਜਿਹੜਾ ਹੈਗਾ ਵਾ ਜਾਵਾ ਲੈਂਗੁਏਜ ਨੂੰ ਯੂਜ਼ ਕੀਤਾ ਜਾਵੇ। ਪਰ ਉਸ ਸਮੇਂ ਜਿਹੜੀ ਹੈਗੀ ਸੀਗੀ ਕੇਬਲ ਟੈਲੀਵਿਜ਼ਨ ਦੀ ਜਿਹੜੀ ਇੰਡਸਟਰੀ ਸੀਗੀ ਇਹ ਇਨਫੈਂਟ ਸੀਗੀ, ਇਹਦੀ ਇੰਨੀ ਗਰੋਥ ਨਹੀਂ ਸੀ ਹੋਈ। ਫਿਰ ਇਹਨਾਂ ਨੇ ਬਾਅਦ ਦੇ ਵਿੱਚ ਇਹਨਾਂ ਨੇ ਵਿਚਾਰ ਕੀਤਾ ਕਿ ਇਹਨੂੰ ਆਪਾਂ ਇੰਟਰਨੈਟ ਦੇ ਵਾਸਤੇ ਜਿਹੜਾ ਹੈਗਾ ਉਹ ਯੂਜ਼ ਕਰੀਏ। ਫਿਰ ਜਿਹੜੀਆਂ ਵੈਬਸਾਈਟ ਡਿਜ਼ਾਈਨ ਹੋਣ ਲੱਗੀਆਂ ਉਹਨਾਂ ਦੇ ਵਿੱਚ ਜਿਹੜੀ ਸੀ ਇਹ ਜਾਵਾ ਜਿਹੜੀ ਲੈਂਗੁਏਜ ਆ ਇਹ ਯੂਜ਼ ਹੋਣੀ ਸ਼ੁਰੂ ਹੋ ਗਈ। ਜਾਵਾ ਦੀ ਜਿਹੜੀ ਅਗਲੀ ਗੱਲ ਆ ਜਾਂਦੀ ਉਹ ਆ ਜਾਂਦੀ ਹੈ ਕ੍ਰਾਸ ਪਲੇਟਫਾਰਮ ਕੰਪਿਊਟਿੰਗ। ਕ੍ਰਾਸ ਪਲੇਟਫਾਰਮ ਕੰਪਿਊਟਿੰਗ ਦਾ ਫਿਰ ਉਹ ਮਤਲਬ ਹੈ ਕਿ ਜਾਵਾ ਦਾ ਜਿਹੜਾ ਐਪਲੇਟ ਆ ਕਿਸੇ ਵੀ ਮਸ਼ੀਨ ਤੇ ਜਦੋਂ ਇੰਟਰਨੈਟ ਦੀ ਹੈਲਪ ਦੇ ਨਾਲ ਕਿਸੇ ਵੀ ਬਰਾਊਜ਼ਰ ਦੇ ਵਿੱਚ ਖੁੱਲ੍ਹਦਾ ਵਾ ਤੇ ਇਹ ਇੰਟਰਪ੍ਰੈਟ ਹੁੰਦਾ ਵਾ, ਔਰ ਇਹ ਰਿਜ਼ਲਟ ਜਿਹੜੇ ਹੈਗੇ ਆ ਉਹ ਆਪਣੇ ਸ਼ੋਅ ਕਰਦਾ ਵਾ। ਇਸ ਚੀਜ਼ ਨੂੰ ਅਸੀਂ ਕ੍ਰਾਸ ਪਲੇਟਫਾਰਮ ਕੰਪਿਊਟਿੰਗ ਕਹਿ ਦਿੰਦੇ ਹਾਂ। ਇਹ ਕਿਸੇ ਵੀ ਜਾਵਾ ਐਪਲੇਟ ਜਿਹੜਾ ਹੈਗਾ ਵਾ ਕਿਸੇ ਮਸ਼ੀਨ ਦੇ ਉੱਤੇ ਕੋਈ ਵੀ ਹਾਰਡਵੇਅਰ ਹੋਵੇ, ਕੋਈ ਵੀ ਸੌਫਟਵੇਅਰ ਹੋਵੇ, ਕੋਈ ਵੀ ਤੋਂ ਕਹਿਣ ਤੋਂ ਭਾਵ ਹੈਗਾ ਵੀ ਕਿ ਕੋਈ ਵੀ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਯੂਜ਼ ਹੋ ਰਿਹਾ ਉੱਥੇ ਜਿਹੜਾ ਹੈਗਾ ਵਾ ਜਾਵਾ ਐਪਲੇਟ ਜਿਹੜਾ ਹੈਗਾ ਵਾ ਉਹ ਇਹ ਜਾਵਾ ਇੰਟਰਪ੍ਰੈਟਰ ਦੇ ਦੁਆਰਾ ਐਗਜ਼ੀਕਿਊਟ ਕੀਤਾ ਜਾ ਸਕਦਾ ਵਾ। ਅਗਲੀ ਗੱਲ ਹੈਗੀ ਜਾਵਾ ਪਲੇਟਫਾਰਮ। ਜਾਵਾ ਪਲੇਟਫਾਰਮ ਜਿਹੜਾ ਹੈਗਾ ਫਿਰ ਸਾਡੀ ਗੱਲ ਉੱਥੇ ਆ ਜਾਂਦੀ ਹੈ ਕਿ ਜਾਵਾ ਪਲੇਟਫਾਰਮ ਸਾਨੂੰ ਜਿਹੜਾ ਹੈਗਾ ਵਾ APIs ਪ੍ਰੋਵਾਈਡ ਕਰਦਾ। APIs ਦਾ ਮਤਲਬ ਹੈਗਾ ਐਪਲੀਕੇਸ਼ਨ ਪੈਕੇਜਸ ਇੰਟਰਫੇਸ which contains the classes which are related with the input output exception handling and many more things। ਤੋ ਇਹਨਾਂ ਕਲਾਸਿਸ ਨੂੰ ਜਦੋਂ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ ਤੇ ਇਹ ਕਲਾਸਿਸ ਸਾਨੂੰ ਜਿਹੜੀਆਂ ਹੈਗੀਆਂ ਸਪੋਰਟ ਕਰਦੀਆਂ ਵਾ, ਔਰ ਅਸੀਂ ਵਧੀਆ ਜਿਹੜੀ ਪ੍ਰੋਗਰਾਮਿੰਗ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹਾਂ। ਤੇ ਜਿਹੜੀ ਜਾਵਾ ਵਿਰਚੁਅਲ ਮਸ਼ੀਨ ਆ ਇਹ ਹੋਰ ਵੀ ਜਿਹੜੀ ਹੈਗੀ ਆ ਸਟਰੋਂਗ ਹੋ ਜਾਂਦੀ ਆ ਜਦੋਂ ਇਹ ਅਸੈਸ ਕੰਟਰੋਲ ਲਿਸਟ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਯੂਜ਼ ਕਰਦੀ ਆ। ਅਸੈਸ ਕੰਟਰੋਲ ਲਿਸਟ ਦਾ ਮਤਲਬ ਹੈਗਾ ਵਾ ਕਿ ਕੋਈ ਅਸੀਂ ਲਿਸਟ ਬਣਾ ਲੈਂਦੇ ਹਾਂ ਜਿਹਦੇ ਵਿੱਚ ਅਸੀਂ ਕਮਾਂਡਸ ਲਿਖ ਦਿੰਦੇ ਹਾਂ, ਐਂਡ ਦੈਟ ਕਮਾਂਡ ਸ਼ੁੱਡ ਬੀ ਐਗਜ਼ੀਕਿਊਟਿਡ when an Java applets executes and it gives the accurate and efficient results and it also takes the support of ACL access control list, ਜਿਹੜੀ access control list ਦੀ ਸਪੋਰਟ ਵੀ ਲੈਂਦਾ ਵਾ। ਅਗਲੀ ਗੱਲ ਹੈਗੀ ਹੈ ਕ੍ਰਾਸ ਪਲੇਟਫਾਰਮ ਸੌਫਟਵੇਅਰ। ਹੁਣ ਜਦੋਂ ਅਸੀਂ ਜਾਵਾ ਜਿਹੜਾ ਹੈਗਾ ਵਾ ਜਦੋਂ ਅਸੀਂ ਇਹਦੇ ਐਪਲੇਟਸ ਜਿਹੜੇ ਹੈਗੇ ਆ ਉਹ ਬਣਾ ਲੈਂਦੇ ਹਾਂ, ਅਸੀਂ ਜਾਵਾ ਜਿਹੜਾ ਹੈਗਾ ਵਾ ਉਹਦੇ ਐਪਲੇਟਸ ਤਿਆਰ ਕਰ ਲੈਂਦੇ ਹਾਂ, ਤਾਂ ਇਹ ਜਿਹੜਾ ਹੈਗਾ ਕ੍ਰਾਸ ਪਲੇਟਫਾਰਮ ਸੌਫਟਵੇਅਰ ਜਿਹੜਾ ਇੱਕ ਬਣ ਜਾਂਦਾ ਵਾ, ਕਿਸੇ ਵੀ ਪਲੇਟਫਾਰਮ 'ਤੇ ਜਿਹੜਾ ਹੈਗਾ ਇਹ ਰਨ ਹੋ ਸਕਦਾ ਹੈ। ਤੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਜਾਵਾ ਜਿਹੜੀ ਹੈਗੀ ਆ ਇਹ ਬਹੁਤ ਹੀ ਇੱਕ ਵਧੀਆ ਪਾਪੂਲਰ ਅਤੇ ਬਹੁਤ ਵਧੀਆ ਲੈਂਗੁਏਜ ਹੈਗੀ ਆ, ਜਿਹਨੂੰ ਅਸੀਂ ਯੂਜ਼ ਕਰਕੇ ਅਸੀਂ ਬਹੁਤ ਵਧੀਆ ਡਾਇਨਾਮਿਕ ਵੈਬਸਾਈਟਸ ਜਿਹੜੀਆਂ ਹੈਗੀਆਂ ਵਾ ਕ੍ਰੀਏਟ ਕਰ ਸਕਦੇ ਹਾਂ, ਔਰ ਉਹ ਸਾਡੀਆਂ ਵੈਬ ਐਪਲੀਕੇਸ਼ਨਸ ਬਣ ਸਕਦੀਆਂ ਜਿਨ੍ਹਾਂ ਨੂੰ ਅਸੀਂ ਵੱਖਰੇ ਵੱਖਰੇ ਪਰਪਜ਼ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਲੈਂਦਾ ਵਾਂ ਕਿ ਅਸੀਂ ਜਿਹੜੀ ਹੈਗੀ ਇੱਕ ਵੈਬ ਐਪਲੀਕੇਸ਼ਨ ਜਿਹੜੀ ਹੈਗੀ ਆ ਸਟਾਕ ਮਾਰਕੀਟ 'ਤੇ ਜਿਹੜੀ ਹੈਗੀ ਆ ਉਹ ਅਸੀਂ ਬਣਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਡਿਫਰੈਂਟ ਸਟਾਕ ਜਿਹੜੀਆਂ ਐਕਸਚੇਂਜਿਸ ਹੈਗੀਆਂ ਉਹਨਾਂ ਨੂੰ ਸ਼ਾਮਲ ਕਰ ਸਕਦੇ ਹਾਂ, ਜਿਸ ਤਰ੍ਹਾਂ ਬੰਬੇ ਸਟਾਕ ਐਕਸਚੇਂਜ, ਡੇਲੀ ਸਟਾਕ ਐਕਸਚੇਂਜ, ਕੈਲਕਟਾ ਸਟਾਕ ਐਕਸਚੇਂਜ। ਤਾਂ ਉਹਦੇ ਵਿੱਚ ਕੀ ਹੈਗਾ ਵਾ ਕਿ ਅਸੀਂ ਜਿਹੜਾ ਹੈਗਾ ਵਾ ਕੀ ਜਿਹੜੀਆਂ ਸ਼ੇਅਰ ਡਿਫਰੈਂਟ ਕੰਪਨੀਜ਼ ਦੇ ਜਿਹੜੇ ਸ਼ੇਅਰ ਆ ਉਹ ਜਿਹੜੇ ਉਹਨਾਂ ਦੀ ਬਾਇੰਗ ਹੋ ਰਹੀ ਆ ਜਾਂ ਉਹਨਾਂ ਦੀ ਸੈਲਿੰਗ ਹੋ ਰਹੀ ਆ ਉਹਨਾਂ ਨੂੰ
ਯੂਜ਼ਰ ਜਿਹੜਾ ਹੈਗਾ ਆਨਲਾਈਨ ਸੈੱਲ ਕਰ ਸਕਦਾ ਜਾਂ ਬਾਈ ਕਰ ਸਕਦਾ ਵਾ, ਔਰ ਦੇਖ ਸਕਦਾ ਕਿ ਕਿਸੇ ਪਾਰਟੀਕੂਲਰ ਕੰਪਨੀ ਦੇ ਪਾਰਟੀਕੂਲਰ ਸ਼ੇਅਰ ਦੀ ਕਿੰਨੀ ਕੀਮਤ ਜਿਹੜੀ ਹੈਗੀ ਕਰੰਟਲੀ ਉਹ ਚੱਲ ਰਹੀ ਹੈ। ਤੋ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਬਿਲਕੁਲ ਜਿਹੜੀ ਵੈਬ ਐਪਲੀਕੇਸ਼ਨ ਰਿਲੇਟਡ ਹੈਗੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਹੈਗੀ, ਉਹਨੂੰ ਯੂਜ਼ ਕਰਕੇ ਡਾਇਨਾਮਿਕਲੀ ਇਨਫੋਰਮੇਸ਼ਨ ਜਿਹੜੀ ਹੈਗੀ ਫੈਚ ਕਰ ਸਕਦਾ ਵਾ, ਔਰ ਡਾਇਨਾਮਿਕਲੀ ਬੈਕਐਂਡ ਤੇ ਜਿਹੜੀ ਹੈਗੀ ਇਨਫੋਰਮੇਸ਼ਨ ਹੈ ਉਹ ਸਟੋਰ ਕਰ ਸਕਦਾ ਵਾ, ਤੇ ਉਹ ਆਪਣੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਿਸੇ ਵੀ ਸਮੇਂ ਤੇ ਜਿਹੜੀ ਹੈਗੀ ਆ ਉਹ ਡਿਲੀਟ ਵੀ ਕਰ ਸਕਦਾ ਵਾ, ਜਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਜਦੋਂ ਵੀ ਵਿਊ ਕਰਨਾ ਚਾਹਵੇ ਉਹਦਾ ਵਿਊ ਕਰ ਸਕਦਾ ਵਾ। ਤੋ ਅਸੀਂ ਇੱਥੋਂ ਜਿਹੜਾ ਹੈਗਾ ਵਾ ਇਸ ਰਿਜ਼ਲਟ ਤੇ ਪਹੁੰਚੇ ਹਾਂ ਕਿ ਜਾਵਾ ਜਿਹੜੀ ਹੈਗੀ ਆ ਇਹ ਇੱਕ ਬਹੁਤ ਹੀ ਵਧੀਆ ਲੈਂਗੁਏਜ ਆ, ਔਰ ਇਹਨੂੰ ਅਸੀਂ ਲਰਨ ਕਰਕੇ ਜਿਹੜਾ ਹੈਗਾ ਬਹੁਤ ਅੱਛੀ ਜਿਹੜੀ ਵੈਬ ਡਿਜ਼ਾਈਨਿੰਗ ਔਰ ਵੈਬ ਡਿਵੈਲਪਮੈਂਟ ਵਾਸਤੇ ਜਿਹੜੀ ਐਪਲੀਕੇਸ਼ਨਸ ਡਿਵੈਲਪ ਕਰਨੀਆਂ ਉਹਨਾਂ ਵਾਸਤੇ ਯੂਜ਼ ਕਰ ਸਕਦੇ ਹਾਂ। ਤੋ ਵਿਊਅਰਸ ਤੇ ਖਾਸ ਕਰਕੇ ਮੇਰੇ ਪਿਆਰੇ ਵਿਦਿਆਰਥੀਓ, ਮੈਨੂੰ ਆਸ਼ਾ ਵਾ ਕਿ ਮੈਂ ਜਿਹੜੀਆਂ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਾ, ਤੁਸੀਂ ਇਹ ਜਿਹੜਾ ਹੈਗਾ ਵਾ ਇਹਨਾਂ ਨੂੰ ਧਿਆਨ ਨਾਲ ਸੁਣ ਕੇ ਇਹਦਾ ਫਾਇਦਾ ਲਓਗੇ। ਤੇ ਇੱਥੇ ਹੀ ਮੈਂ ਜਿਹੜੀ ਆਪਣੀ ਗੱਲ ਆ ਉਹ ਸਮਾਪਤ ਕਰਦਾ ਵਾਂ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।